नमस्कार दोस्तों, स्वागत है ਤੁਹਾਡਾ ਅਨ ਅਕੈਡਮੀ ਦੇ ਲੈਟਸ ਕਰੈਕ ਪੰਜਾਬ ਐਗਜ਼ਾਮ ਚੈਨਲ ਉੱਪਰ। ਅੱਜ ਆਪਾਂ ਪੇਪਰ ਦੇ ਵਿੱਚ ਜਿਹੜੀਆਂ ਗਲਤੀਆਂ ਹੁੰਦੀਆਂ ਹੈ ਉਸ ਦੇ ਰਿਗਾਰਡਿੰਗ ਉਹਦੀ ਮੈਂ ਸਟ੍ਰੈਟਜੀ ਤੁਹਾਨੂੰ ਦੱਸੂਗਾ ਕਿ ਤੁਸੀਂ ਕਿਵੇਂ ਉਹਨਾਂ ਚੀਜ਼ਾਂ ਤੋਂ ਬਚ ਸਕਦੇ ਹੋ। ਠੀਕ ਹੈ, ਤਾਂ ਦੇਖੋ ਕੁਝ ਪੁਆਇੰਟ ਆ ਉਹ ਤੁਸੀਂ ਧਿਆਨ ਰੱਖਣੇ ਹੈ। ਮੈਂ ਇੱਥੇ ਲਿਖੇ ਹੈਗੇ ਕਿ ਪੇਪਰ ਨੂੰ ਜਦੋਂ ਆਪਾਂ ਅਟੈਂਪਟ ਕਰਦੇ ਹਾਂ ਉਹ ਕੀ ਧਿਆਨ ਰੱਖਣਾ ਹੈ। बैलेंस, अवॉइड, OMR फिल, नेगेटिव मार्किंग, हिट एंड ट्रायल, फाइनल रीच, स्ट्रोंग पोर्शन ते E2T मतलब ईजी टू टफ। ਹੁਣ ਇਹ ਚੀਜ਼ਾਂ ਨੂੰ ਮੈਂ ਤੁਹਾਨੂੰ ਦੱਸਦਾ। ਦੇਖੋ ਸਭ ਤੋਂ ਪਹਿਲੀ ਗੱਲ ਬੈਲੈਂਸ। ਹੁਣ ਜਦੋਂ ਆਪਣਾ ਐਕਸਾਈਜ਼ ਇੰਸਪੈਕਟਰ ਦਾ ਪੇਪਰ ਹੋਇਆ ਸੀ ਤਾਂ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਦੋ ਪੇਪਰ ਹੈ, ਪੇਪਰ A ਔਰ ਪੇਪਰ B। ਕਈ ਬੱਚੇ ਕੀ ਕਰਦੇ ਹੈ ਪੇਪਰ A ਦੇ ਵਿੱਚ ਹੀ ਜ਼ਿਆਦਾ ਉਲਝ ਜਾਂਦੇ ਹੈ। ਮਤਲਬ ਉਹ ਅਗਰ ਮੰਨ ਲਓ ਉਸ ਦਾ ਲੈਵਲ ਅਗਰ ਬੜੀਆ ਆ ਗਿਆ ਤਾਂ ਸਾਰਾ ਟਾਈਮ ਬੱਚੇ ਉਸੇ ਨੂੰ ਦੇ ਦਿੰਦੇ ਆ ਔਰ ਫਿਰ ਪੇਪਰ B ਅਟੈਂਪਟ ਨਹੀਂ ਕਰ ਪਾਉਂਦੇ। ਤਾਂ ਕਈ ਬੱਚਿਆਂ ਨਾਲ ਇਦਾਂ ਦਾ ਹੋਇਆ ਸੀ ਐਕਸਾਈਜ਼ ਇੰਸਪੈਕਟਰ ਦੇ ਵਿੱਚ, ਬਲਕਿ ਉਹਨਾਂ ਦਾ ਕੁਆਲੀਫਾਈ ਨਹੀਂ ਹੋਇਆ ਪਹਿਲਾ ਪੇਪਰ ਔਰ ਦੂਜਾ ਪੇਪਰ ਉਹਨਾਂ ਦੇ 80+ ਉਹ ਕਰਕੇ ਆਈ ਸੀ ਜਦੋਂ ਆਨਸਰ ਕੀ ਨਾਲ ਮੈਚ ਕਰਿਆ। ਠੀਕ ਹੈ, ਤਾਂ ਇਹ ਬੈਲੈਂਸ ਬਹੁਤ ਜ਼ਰੂਰੀ ਹੈ। ਐਵੇਂ ਨਹੀਂ ਤੁਸੀਂ ਪੇਪਰ 1 ਨੂੰ ਹੀ ਸਾਰਾ ਟਾਈਮ ਦੇਤਾ, ਇੱਕ ਲਿਮਟਿਡ ਟਾਈਮ ਜਿੰਨਾ ਟਾਈਮ ਹੈ ਉਹਨਾਂ ਕ ਦਿਓ, ਉਸ ਤੋਂ ਬਾਅਦ ਪੇਪਰ B ਤੇ ਆ ਜਾਓ। ਠੀਕ ਹੈ, ਤੁਹਾਨੂੰ ਲੱਗਦਾ ਹੈ ਪੇਪਰ A ਕੁਆਲੀਫਾਈ ਨੇਚਰ और थोड़ा टफ ਹੈਗਾ ਤਾਂ ਪਹਿਲਾਂ ਚਾਹੇ ਪੇਪਰ B ਅਟੈਂਪਟ ਕਰੋ ਔਰ ਫਾਈਨਲ ਰੀਚ ਤੱਕ ਪਹੁੰਚੋ। ਫਾਈਨਲ ਰੀਚ ਕੀ ਹੁੰਦਾ ਹੈ ਮੈਂ ਤੁਹਾਨੂੰ ਦੱਸਦਾ ਹਾਂ। ਕਈ ਵਾਰੀ ਆਪਾਂ ਕੁਐਸਚਨ ਕਰਦੇ ਰਹਿੰਦੇ ਆ, ਹੈ ਨਾ, ਕੁਐਸਚਨ ਕਰਦੇ ਰਹਿੰਦੇ ਆ ਔਰ ਆਪਾਂ ਇੱਕੋ ਹੀ ਕੁਐਸਚਨ ਦੇ ਉੱਪਰ ਅੜ ਜਾਂਦੇ ਆ। ਬਈ ਮੇਰੀ ਗੱਲ ਸੁਣੋ, ਜਦੋਂ ਤੁਹਾਨੂੰ ਐਵੇਂ ਲੱਗੇ ਕੋਈ ਕੁਐਸਚਨ ਇਦਾਂ ਦਾ ਹੈ ਜੋ ਕਿ ਕਾਫੀ ਲੈਂਥੀ ਹੈਗਾ ਜਾਂ ਕਾਫੀ ਮਤਲਬ ਪਜ਼ਲ ਹੈਗਾ, ਉਹਨੂੰ ਅਵੋਇਡ ਕਰੋ, ਪਹਿਲੀ ਵਾਰ 'ਚ ਅਵੋਇਡ ਕਰੋ। ਠੀਕ ਹੈ, ਦੂਜੀ ਗੱਲ OMR ਫਿਲ। ਕਈ ਬੱਚਿਆਂ ਦੀ ਕੀ ਗਲਤੀਆਂ ਹੁੰਦੀਆਂ, ਫਾਈਨਲ ਮਤਲਬ ਸਾਰੇ ਜਦੋਂ ਕੁਐਸਚਨ ਕਰਨਗੇ ਫਿਰ OMR ਫਿਲ ਕਰਨ ਬੈਠਣਗੇ। ਹੁਣ ਭਰਨਾ ਤਾਂ ਹੁੰਦਾ ਹੈ ਤੀਜੇ ਦੇ ਵਿੱਚ 20 ਭਰ ਦਿੰਦੇ ਆ ਚੌਥੇ ਦੇ ਵਿੱਚ। ਠੀਕ ਹੈ, ਸਭ ਤੋਂ ਪਹਿਲੀ ਗੱਲ ਲਿਮਟਿਡ 10 ਜਾਂ 15 ਜਦੋਂ ਤੁਸੀਂ ਕੁਐਸਚਨ ਸਹੀ ਕਰ ਲਏ ਉਦੋਂ ਹੀ ਨਾਲ ਦੀ ਨਾਲ OMR ਫਿਲ ਕਰ ਲਓ ਤਾਂ ਕਿ ਉਹਦਾ ਵੀ ਕਲੇਸ਼ ਖਤਮ ਹੋ ਜਾਂਦਾ ਹੈ। 1 ਮਿੰਟ ਜਾਂ 1.5 ਮਿੰਟ ਦੀ ਉਹ ਕਹਾਣੀ ਹੁੰਦੀ। ਠੀਕ ਹੈ, ਉਸ ਤੋਂ ਬਾਅਦ ਆ ਜਾਓ ਨੈਗੇਟਿਵ ਮਾਰਕਿੰਗ। ਹੁਣ ਮੰਨ ਲਓ ਤੁਹਾਡਾ ਪੇਪਰ ਹੈਗਾ 100 ਨੰਬਰ ਦਾ, ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਗੱਲ ਦੱਸਦਾ ਹਾਂ। ਸੁਣੋ, ਤੁਹਾਡਾ ਪੇਪਰ ਹੈਗਾ 100 ਨੰਬਰ ਦਾ, ਤੁਹਾਨੂੰ ਇੱਕ ਗੱਲ ਦਾ ਯਕੀਨ ਹੈਗਾ ਕਿ 80+ ਤੁਸੀਂ ਕੁਐਸਚਨ ਜਿਹੜੇ ਹੈ ਰਾਈਟ ਕਰਤੇ, ਤੁਹਾਨੂੰ ਪੱਕਾ ਪਤਾ ਹੈ, ਤਾਂ ਤੁਸੀਂ ਕਦੇ ਵੀ ਨੈਗੇਟਿਵ ਮਾਰਕਿੰਗ ਦੀ ਤਰਫ ਰਿਸਕ ਨਹੀਂ ਲੈਣਾ। ਕਦੇ ਵੀ ਰਿਸਕ ਨਹੀਂ ਲੈਣਾ, ਯਾਦ ਰੱਖਿਓ। ਠੀਕ ਹੈ, ਕਦੇ ਵੀ ਰਿਸਕ ਨਹੀਂ ਲੈਣਾ। ਬਈ ਤੁਹਾਨੂੰ ਪਤਾ ਹੈ ਤੁਹਾਡੇ 80+ ਹੈਗੇ ਆ, ਉਸ ਤੋਂ ਬਾਅਦ ਕੁਐਸਚਨ ਚਾਹੇ ਤੁਹਾਨੂੰ ਲੱਗ ਰਿਹਾ ਹੋਵੇ ਇਹ ਹੈਗਾ ਚਾਹੇ ਨਹੀਂ ਹੈਗਾ, ਉਹਨੂੰ ਲੀਵ ਕਰਿਓ, ਉਹਨੂੰ ਨਹੀਂ ਕਰਨਾ। ਠੀਕ ਹੈ, ਬਟ ਅਗਰ ਮੰਨ ਲਓ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ 50 ਹੀ ਕੁਐਸਚਨ ਸਹੀ ਨੇ, ਫਿਰ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਹਿਟ ਐਂਡ ਟਰਾਇਲ। ਹਿਟ ਐਂਡ ਟਰਾਇਲ ਕੀ ਹੁੰਦਾ, ਤੁੱਕਾ ਮਾਰਨਾ। ਔਰ ਤੁੱਕਾ ਵੀ ਉਸੇ 'ਚ ਮਾਰਿਓ ਜਿਹਦੇ ਵਿੱਚ ਤੁਹਾਨੂੰ ਐਵੇਂ ਲੱਗਦਾ ਹੋਵੇ ਦੋ ਆਪਸ਼ਨਾਂ ਦੇ ਵਿੱਚ ਵੀ A ਹੋ ਸਕਦਾ ਹੈ ਜਾਂ B ਹੋ ਸਕਦਾ ਹੈ, ਉਸੇ 'ਚ ਤੁੱਕਾ ਮਾਰਿਓ। ਫਿਰ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਫਿਰ ਪ੍ਰੋਸੀਡ ਕਰ ਸਕਦੇ ਹੋ ਤੁੱਕੇ ਦੀ ਤਰਫ। ਠੀਕ ਹੈ, ਬਟ ਅਗਰ ਤੁਹਾਡੇ 80+ ਸਹੀ ਹੈ ਤਾਂ ਤੁਸੀਂ ਬਿਲਕੁਲ ਵੀ ਰਿਸਕ ਨਹੀਂ ਲੈਣਾ, ਕਿਉਂਕਿ ਇਹ ਨੈਗੇਟਿਵ ਮਾਰਕਿੰਗ ਕਰਕੇ ਵੀ ਬਹੁਤ ਜੇ ਬੱਚਿਆਂ ਦੀ ਸਿਲੈਕਸ਼ਨ ਰੁਕ ਜਾਂਦੀ ਹੈ। 80 ਕੁਐਸਚਨ ਉਹਨਾਂ ਦੇ ਸਹੀ ਹੈ, 10 'ਚ ਉਹਨਾਂ ਨੇ ਤੁੱਕਾ ਲਾਤਾ, ਕੁਐਸਚਨ ਘਟ ਗਏ, 4 ਨੰਬਰ ਘਟ ਗਏ ਉਹਨਾਂ ਦੇ। ਜਿਵੇਂ ਹੀ 4 ਨੰਬਰ ਘਟੇ ਤਾਂ ਕੱਟ ਆਫ ਤੋਂ ਆਪਣੇ ਆਪ ਆਟੋਮੈਟਿਕ ਉਹ ਨੀਵੇਂ ਆ ਗਏ। ਠੀਕ ਹੈ, ਫਿਰ ਉਹਨਾਂ ਨੂੰ ਬਹੁਤ ਦੁੱਖ ਹੁੰਦਾ ਕਿ ਸਰ ਸਾਡੇ ਗਲਤ ਜ਼ਿਆਦਾ ਹੋ ਗਏ। ਇਦਾਂ ਦੀ ਗਲਤੀ ਨਹੀਂ ਕਰ। ਦੂਜਾ, ਮੈਂ ਤੁਹਾਨੂੰ ਕਿਹਾ ਸੀ ਅਗਰ ਤੁਸੀਂ ਕੁਐਸਚਨ ਨੂੰ ਅਵੋਇਡ ਕਰੋਗੇ ਤਾਂ ਲਾਸਟ ਕੁਐਸਚਨ ਤੱਕ ਪਹੁੰਚ ਸਕਦੇ ਹੋ। ਕਈ ਵਾਰ ਮੰਨ ਲਓ ਤੁਸੀਂ 20ਵੇਂ ਕੁਐਸਚਨ ਤੇ ਫਸ ਗਏ ਔਰ ਉੱਥੇ ਹੀ ਲੱਗੇ ਰਹੇ, ਉੱਥੇ 5 ਮਿੰਟ 7 ਮਿੰਟ ਤੁਸੀਂ ਆਪਣੇ ਖਰਾਬ ਕਰਤੇ ਔਰ ਫਿਰ ਬਾਅਦ ਚੋਂ ਪਤਾ ਲੱਗਿਆ ਕਿ ਲਾਸਟ ਵਾਲੇ ਜਿਹੜੇ 5 ਕੁਐਸਚਨ ਸੀ ਉਹ ਤਾਂ ਬਈ 2-2 ਸੈਕਿੰਡ ਦੇ 3-3 ਸੈਕਿੰਡ ਦੇ ਸੀ, ਉੱਥੋਂ ਤਾਈਂ ਤਾਂ ਤੁਸੀਂ ਪਹੁੰਚ ਹੀ ਨਹੀਂ ਪਾਏ। ਤਾਂ ਕਰਕੇ ਪੇਪਰ ਦੇ ਵਿੱਚ ਫਾਈਨਲ ਰੀਚ ਜ਼ਰੂਰ ਰੱਖਣੀ ਹੈ, ਐਂਡ ਕੁਐਸਚਨ ਤੱਕ ਤੁਸੀਂ ਨਿਗਾਹ ਮਾਰਨੀ ਹੈ ਵੀ ਇਹ ਵੀ ਕੁਐਸਚਨ ਸੀਗਾ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਸਟਰੋਂਗ ਪੋਰਸ਼ਨ। ਸਟਰੋਂਗ ਪੋਰਸ਼ਨ ਕੀ ਹੈ, ਜਿਹੜੇ ਵੀ ਪੇਪਰ ਮਤਲਬ ਤੁਸੀਂ ਪੇਪਰ ਦੇ ਰਹੇ ਹੋ, ਤੁਹਾਨੂੰ ਪਤਾ ਤੁਹਾਡੀ ਪੰਜਾਬ ਜੀਕੇ ਬਹੁਤ ਸਟਰੋਂਗ ਹੈ, ਪਹਿਲਾਂ ਤੁਸੀਂ ਪੰਜਾਬ ਜੀਕੇ ਕਰੋ। ਤੁਹਾਨੂੰ ਪਤਾ ਤੁਹਾਡੀ ਪੋਲਿਟੀ ਬਹੁਤ ਸਟਰੋਂਗ ਹੈ, ਪਹਿਲਾਂ ਤੁਸੀਂ ਪੋਲਿਟੀ ਕਰੋ। ਤੁਹਾਨੂੰ ਪਤਾ ਤੁਸੀਂ ਕਰੰਟ ਅਫੇਅਰ ਵਧੀਆ ਪੜ੍ਹੇ ਆ ਤਾਂ ਕਰੰਟ ਅਫੇਅਰ ਵਾਲੇ ਕੁਐਸਚਨ ਕਰ ਦਿਓ। ਮਤਲਬ ਇਹਦੇ ਨਾਲ ਕੀ ਹੈ, ਤੁਹਾਡਾ ਹੌਲੀ ਹੌਲੀ ਕੌਨਫੀਡੈਂਸ ਵੱਧਦਾ ਹੈ, ਹੌਲੀ ਹੌਲੀ ਤੁਹਾਡੇ ਮੂੰਹ ਤੇ ਮੁਸਕਾਨ ਆਉਂਦੀ ਹੈ ਕਿ ਯਾਰ ਆ ਵੀ ਮੈਨੂੰ ਆਉਂਦਾ, ਆ ਵੀ ਮੈਨੂੰ ਆਉਂਦਾ। ਹੁਣ ਦੂਜੀ ਗੱਲ, ਕਈ ਵਾਰੀ ਮੰਨ ਲਓ ਪੰਜਾਬ ਜੀਕੇ ਤੁਸੀਂ ਪੜ੍ਹ ਕੇ ਗਏ ਹੋ, ਕਰੰਟ ਅਫੇਅਰ ਤੁਸੀਂ ਪੜ੍ਹ ਕੇ ਗਏ ਹੋ ਔਰ ਉਹਦੇ ਵਿੱਚ 2-4 ਕੁਐਸਚਨ ਇਦਾਂ ਦੇ ਆ ਗਏ ਜੋ ਤੁਸੀਂ ਨਹੀਂ ਪੜ੍ਹੇ, ਫਿਰ ਤੁਸੀਂ ਕੀ ਹੋ ਜਾਣੇ, ਹੋਪਲੈਸ, ਜੋ ਕਿ ਬਹੁਤ ਗਲਤ ਗੱਲ ਹੈ। ਉਹਨੂੰ ਅਵੋਇਡ ਕਰੋ, ਉਹਨੂੰ ਕਹੋ ਕਿ ਮੈਂ ਬਾਅਦ ਚੋਂ ਦੇਖੂੰਗਾ। ਠੀਕ ਹੈ, ਤਾਂ ਕਰਕੇ ਅਵੋਇਡ ਬਹੁਤ ਜ਼ਰੂਰੀ ਹੈ ਔਰ ਤੁਹਾਡਾ ਸਟਰੋਂਗ ਪੋਰਸ਼ਨ ਪਹਿਲਾਂ ਕਰਨਾ ਇਹ ਵੀ ਬਹੁਤ ਜ਼ਰੂਰੀ ਹੈ। ਠੀਕ ਹੈ, ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਹਮੇਸ਼ਾ ਕਿਵੇਂ ਇਨਕਰੀਜ਼ ਕਰਨਾ ਹੈ। ਮੰਨ ਲਓ ਮੈਥ ਦਾ ਤੁਸੀਂ ਪੋਰਸ਼ਨ ਕਰ ਰਹੇ ਹੋ, ਰੀਜਨਿੰਗ ਦਾ ਪੋਰਸ਼ਨ ਕਰ ਰਹੇ ਹੋ, ਹਮੇਸ਼ਾ ਈਜੀ ਟੂ ਟਫ ਜਾਣਾ ਹੈ। ਈਜੀ ਕੁਐਸਚਨ ਪਹਿਲਾਂ, ਫਿਰ ਟਫ ਕੁਐਸਚਨ ਬਾਅਦ ਚੋਂ। ਹੁਣ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੁੰਦੀਆਂ, ਇੱਕ ਤਾਂ ਆਪਣਾ IQ ਔਰ ਇੱਕ ਹੁੰਦਾ EQ। ਠੀਕ ਹੈ, EQ ਹੈ ਇਮੋਸ਼ਨਲ, ਮਤਲਬ ਤੁਸੀਂ ਪੇਪਰ ਦੇ ਵਿੱਚ ਇਮੋਸ਼ਨਲੀ ਸਟਰੋਂਗ ਤੁਹਾਡਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਐਗਜ਼ਾਮ ਨੂੰ ਕਲੀਅਰ ਕਰਨਾ ਹੈ। ਠੀਕ ਹੈ, ਤਾਂ ਇਹ ਕੁਝ ਚੀਜ਼ਾਂ ਹੈ ਬਈ ਜੋ ਤੁਸੀਂ ਧਿਆਨ ਰੱਖਣੀਆਂ ਹੈ।
ਔਰ ਇਹਨਾਂ ਕਰਕੇ ਹੀ ਦੇਖੋ ਪਤਾ ਕੀ ਹੈ, ਜਦੋਂ ਬੱਚਾ ਆਉਂਦਾ ਹੈ ਨਾ, ਬੱਚਾ ਕਹਿੰਦਾ ਸਰ ਮੈਂ ਪੇਪਰ ਹੀ ਨਹੀਂ ਕਰ ਪਾਇਆ, ਟਾਈਮ ਬਹੁਤ ਘੱਟ ਸੀ, ਇਹ ਸੀ। ਰੀਜ਼ਨ ਇਹੀ ਹੈ ਕਿ ਆਪਾਂ ਅਟੈਂਪਟ ਉਸ ਤਰੀਕੇ ਨਾਲ ਨਹੀਂ ਕਰਦੇ। ਠੀਕ ਹੈ, ਤੁਹਾਡੀ ਆਪਣੀ ਕੈਲਕੂਲੇਸ਼ਨ ਤੁਸੀਂ ਜਿੰਨਾ ਜ਼ਿਆਦਾ ਸਟਰੋਂਗ ਕਰ ਲਓਗੇ ਉਨਾ ਬਿਹਤਰ ਹੈ, ਕਿਉਂਕਿ ਜ਼ਿਆਦਾ ਟਾਈਮ ਲੱਗਦਾ ਹੈ ਮੈਥ ਰੀਜ਼ਨਿੰਗ 'ਚ। ਔਰ ਮੈਥ ਰੀਜ਼ਨਿੰਗ ਮੈਂ ਬਹੁਤ ਚੰਗੇ ਤਰੀਕੇ ਨਾਲ ਤੁਹਾਨੂੰ ਸਾਰੀ ਸ਼ੋਰਟ ਟ੍ਰਿਕਾਂ ਨਾਲ ਦੱਸਿਆ ਹੋਇਆ ਹੈ, ਉਹਨਾਂ ਪੜ੍ਹ ਲਓ, ਉਹ ਮੋਰ ਦੈਨ ਸਫੀਸ਼ੀਐਂਟ ਹੈ, ਤੁਹਾਡਾ ਕੁਐਸਚਨ ਗਲਤ ਨਹੀਂ ਹੋਏਗਾ। ਠੀਕ ਹੈ, ਔਰ ਇਸ ਚੈਨਲ ਤੇ ਰੈਗੂਲਰ ਸੈਸ਼ਨ ਲੱਗ ਰਹੇ ਆ, ਉਹਨਾਂ ਨੂੰ ਤੁਸੀਂ ਜਰੂਰ ਦੇਖ ਕੇ ਜਾਇਓ। ਪੇਪਰ ਤੋਂ ਪਹਿਲਾਂ ਮੈਰਾਥਨ ਲੱਗੇਗੀ, ਉਹ ਵੀ ਜਰੂਰ ਦੇਖ ਕੇ ਜਾਣਾ ਹੈ। ਠੀਕ ਹੈ, ਸ਼ੁੱਕਰਵਾਰ ਨੂੰ 12 ਵਜੇ ਮੈਰਾਥਨ ਹੈ। ਉਸ ਤੋਂ ਬਾਅਦ ਜੀਕੇ ਇੰਗਲਿਸ਼ ਦੀ ਜਿੰਨੀਆਂ ਵੀ ਇੱਥੇ ਕਲਾਸਾਂ ਹੈ ਉਹ ਪ੍ਰੈਕਟਿਸ ਸੈੱਟ ਹੁੰਦੇ ਆ। ਉਹਦੇ ਨਾਲ ਕੀ ਹੈ, ਤੁਹਾਡੇ ਮਾਈਂਡ ਦੀ ਐਬਿਲਿਟੀ ਵਧਦੀ ਹੈ ਵੀ ਹਾਂ ਯਾਰ ਇਹ ਮਿਕਸ ਕੁਐਸਚਨ ਆ ਗਿਆ ਸੀ, ਇਹਨੂੰ ਐਵੇਂ ਕਰਨਾ ਸੀ, ਇਹਨੂੰ ਐਵੇਂ ਕਰਨਾ ਸੀ। ਠੀਕ ਹੈ, ਔਰ ਕੁਝ ਨਵੀਆਂ ਚੀਜ਼ਾਂ ਜਿਵੇਂ ਤੁਹਾਨੂੰ ਲੱਗਦਾ ਤੁਸੀਂ ਬਹੁਤ ਪ੍ਰੈਕਟਿਸ ਕਰੀ ਹੈ ਔਰ ਤੁਹਾਨੂੰ ਲੱਗਦਾ ਯਾਰ ਇਹ ਸਟੈਪ ਮੈਂ ਅਨਨੈਸੈਸਰੀ ਲਿਖ ਲਿਆ ਸੀ, ਉਹ ਵੀ ਸਟੈਪ ਅਵੋਇਡ ਹੋ ਜਾਂਦਾ ਕਲਾਸਾਂ ਲਾਏ ਤੋਂ। ਠੀਕ ਹੈ, ਹੁਣ ਜਿਹੜਾ ਲਾਸਟ ਪੀਰੀਅਡ ਰਹਿ ਗਿਆ, ਨਵੀਂ ਚੀਜ਼ ਤੁਸੀਂ ਕੋਈ ਵੀ ਨਹੀਂ ਸਿੱਖਣੀ, ਇਹ ਗੱਲ ਯਾਦ ਰੱਖਿਓ। ਰਿਵੀਜ਼ਨ ਰਿਵੀਜ਼ਨ ਰਿਵੀਜ਼ਨ, ਬਸ ਇਹੀ ਚੀਜ਼ ਯਾਦ ਰੱਖੋ, ਪ੍ਰੈਕਟਿਸ ਰਿਵੀਜ਼ਨ ਬਸ। ਠੀਕ ਹੈ, ਔਰ ਚੁੱਪਚਾਪ ਜਾ ਕੇ ਪੇਪਰ 'ਚ ਆਰਾਮ ਨਾਲ ਫ੍ਰੀ ਮਾਈਂਡ ਨਾਲ ਬੈਠੋ, ਪੇਪਰ 'ਚ ਸਿਲੈਕਸ਼ਨ ਜ਼ਰੂਰ ਹੁੰਦੀ ਹੈ ਬਈ। ਠੀਕ ਹੈ, ਸਟ੍ਰੈਸ ਦੇ ਨਾਲ ਪੇਪਰ ਨਹੀਂ ਦੇਣਾ ਬਿਲਕੁਲ ਵੀ। ਹੁਣ ਆ ਜਾਓ PSSB ਦਾ ਜੋ ਸਿਲੇਬਸ ਸੀਗਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਕੀ ਸੀਗਾ। ਦੇਖੋ ਜਿਹੜੀ ਇਹ ਐਡਵਰਟਾਈਜ਼ਮੈਂਟ ਸੀਗੀ ਨਾ 15/2/2022 ਦੀ, ਇਹਦੇ ਵਿੱਚ ਦੇਖੋ ਪੇਪਰ A ਸੀਗਾ ਕੁਆਲੀਫਾਈ ਨੇਚਰ ਦਾ ਸੀਗਾ 50 ਨੰਬਰ ਦਾ। ਉਸ ਤੋਂ ਬਾਅਦ ਪੇਪਰ B ਹੈ 100 ਨੰਬਰ ਦਾ, ਜਿਹਦੇ ਵਿੱਚ ਜੀਕੇ ਦੇ ਵਿੱਚ ਕਰੰਟ ਅਫੇਅਰ, ਹਿਸਟਰੀ, ਪੋਲਿਟੀ, ਇਸ਼ੂ ਇਹ ਆ ਗਏ ਸੀ 25 ਨੰਬਰ ਦੇ। ਮੈਥ ਔਰ ਰੀਜਨਿੰਗ ਸੀ 25 ਨੰਬਰ ਦਾ। ਤਾਂ ਮੇਰੀ ਗੱਲ ਸੁਣੋ, 25 ਨੰਬਰ ਦਾ ਇਹ ਮਤਲਬ ਨਹੀਂ ਹੈ, ਦੇਖੋ 10 ਕੁਐਸਚਨ ਰੀਜਨਿੰਗ ਦੇ ਆ ਸਕਦੇ ਆ, 15 ਮੈਥ ਦੇ ਆ ਸਕਦੇ ਆ, 12 ਰੀਜਨਿੰਗ ਦੇ ਆ ਸਕਦੇ ਆ, 13 ਮੈਥ ਦੇ ਆ ਸਕਦੇ ਆ। ਤਾਂ ਬਿਲਕੁਲ ਈਜੀ, ਤੁਹਾਨੂੰ ਲੱਗਦਾ ਪਹਿਲਾਂ ਰੀਜਨਿੰਗ ਸੋਲਵ ਕਰ ਲਿਓ। ਠੀਕ ਹੈ, ਰੀਜਨਿੰਗ ਸੋਲਵ ਕਰ ਰਹੇ ਹੋ ਕੋਈ ਦਿੱਕਤ ਨਹੀਂ ਹੈ, ਫਿਰ ਮੈਥ ਸੋਲਵ ਕਰ ਲਿਓ। ਅੱਛਾ, ਇੰਗਲਿਸ਼ ਹੈ 12 ਨੰਬਰ ਦੀ। ਠੀਕ ਹੈ, ਪੰਜਾਬੀ ਸੀਗੀ 13 ਨੰਬਰ ਦੀ, ICT ਹੈ ਕੰਪਿਊਟਰ ਵਾਲਾ ਹੈ 9 ਨੰਬਰ ਦਾ, ਔਰ ਪੰਜਾਬ ਜੀਕੇ 16 ਨੰਬਰ ਦੀ। ਤਾਂ ਪੰਜਾਬ ਜੀਕੇ ਤਾਂ ਦੇਖੋ ਕੋਈ ਚੇਂਜ ਨਹੀਂ ਹੁੰਦਾ ਬਈ, ਪੰਜਾਬ ਜੀਕੇ ਤੁਸੀਂ ਪੜ੍ਹ ਜਾਓ ਔਰ 16 ਨੰਬਰ ਆਪਣੇ ਆਹ ਪੱਕੇ ਕਰੋ। ਦੇਖੋ ਦੋ ਚੀਜ਼ਾਂ ਹੈ, ਇਹਨਾਂ 'ਚ ਬਿਲਕੁਲ ਵੀ ਨੰਬਰ ਨਹੀਂ ਕੱਟਦੇ, 25 ਔਰ 16 ਇਹ ਫਿਕਸ ਹੈ, ਇਹਨਾਂ 'ਚੋਂ ਐਕਸਟਰਾ ਨਹੀਂ ਆਉਂਦਾ ਕੁਝ ਵੀ। ਠੀਕ ਹੈ, ਤਾਂ ਇਹ ਜੋ ਚੀਜ਼ਾਂ ਸੀਗੀਆਂ ਜੋ ਤੁਸੀਂ ਅਵੋਇਡ ਕਰਨੀਆਂ ਹੈ ਔਰ ਜੋ ਚੀਜ਼ਾਂ ਤੁਸੀਂ ਦੇਖਣੀਆਂ ਹੈ। ਸੋ ਬੈਸਟ ਆਫ ਲੱਕ, ਥੈਂਕ ਯੂ ਸੋ ਮਚ, ਥੈਂਕ ਯੂ।